गोरख नाल चर्चा करके विदा होना। बाला जी ने कहा, हे सतगुरो। फिर सारे सिद्ध भी पास आण बैठे। कुछ चुप उपरंत गोरख ने गुरु जी नूं कहा, तुसी जोग मत ग्रहण कर लवो, मेरी गल मन लवो, सारे सिद्धां दे मुखी बन जाओगे। मुंदरा पा लवो, चोली फड़ लवो, शरीर नूं सुआह मल लवो, खिंथा अपने शरीर नूं बना लवो, सिद्धां दी श्रेणी विच आ जावो ते भोजन सारे भंडारे विचों छको। ਸਿੰਘੀ ਬਜਾਵੋ, ਹੱਥ ਵਿੱਚ ਡੰਡਾ ਫੜ ਲਓ ਅਤੇ ਸਿੱਧ ਮੱਤ ਵਿੱਚ ਨਿਸ਼ਚਾ ਕਰ ਲਵੋ। ਇਸ ਤਰ੍ਹਾਂ ਰਿੱਧਾ ਸਿੱਧਾਂ ਨੂੰ ਪ੍ਰਾਪਤ ਕਰਕੇ ਸਾਰੇ ਸੰਸਾਰ ਨੂੰ ਜਿੱਤ ਲਵੋਗੇ। ਇੱਕ ਦੂਜੇ ਨੂੰ ਮਿਲ ਕੇ ਸੰਪਰਦਾਇ ਬੋਲਾ ਆਦੇਸ਼ ਆਦੇਸ਼ ਆਖੋ। ਨਾਥ ਨਾਮ ਰਖਾ ਕੇ ਸਦਾ ਚਿਰੰਜੀਵੀ ਹੋ ਜਾਵੋ ਅਤੇ ਜੋਗੀਆਂ ਦੇ ਇਕੱਠ ਸੰਪਰਦਾਇ ਵਿੱਚ ਮਾਨ ਪ੍ਰਾਪਤ ਕਰੋ ਅਤੇ ਕਮਾਈ ਦੇ ਪੁੱਤਰ ਕਹਾਵੋ। ਜੋਗੀਆਂ ਦੇ ਚੋਲੇ ਵਡਿਆਏ ਜਾਂਦੇ ਹਨ। ਸਾਰੇ ਸਿੱਧ ਅਸਥਾਨ ਵਿੱਚ ਤੁਹਾਡੇ ਸੇਵਕ ਹੋਣਗੇ। ਸਭ ਵਿੱਚ ਪ੍ਰਧਾਨ ਹੋ ਕੇ ਬੈਠੋਗੇ ਅਤੇ ਸਾਰੇ ਲੋਕਾਂ ਵਿੱਚ ਆਸਨ ਕਰਕੇ ਭੰਡਾਰੇ ਵਰਤਾਓ ਜਿੱਥੇ ਕਿਤੇ ਹੁਕਮ ਕਰੋਗੇ। ਗੋਰਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਅਸਾਂ ਇਹ ਸਭ ਪਹਿਲਾਂ ਹੀ ਕੀਤਾ ਹੋਇਆ ਹੈ, ਹੁਣ ਸਾਨੂੰ ਕੋਈ ਨਵੀਂ ਕਾਰ ਕਰਨ ਦੀ ਲੋੜ ਨਹੀਂ। ਆਪ ਜੀ ਨੇ ਉਸ ਪਹਿਲੀ ਕੀਤੀ ਹੋਈ ਕਾਰ ਦੀ ਵਿਆਖਿਆ ਕਰਕੇ ਦੱਸਿਆ। ਬਾਣੀ ਸ਼੍ਰੀ ਮੁਖਵਾਕ। मुंदा संतोख सरमपत झोली ध्यान की करहे विपूत, खिंथा काल कुआरी काया जुगत डंडा प्रतीत। आई पंथी सगल जमाती मन जीते जगजीत, आदेश तिसे आदेश आद अनील अनाद अनाहत जुग जुग एको वेश। भुगत ज्ञान दया भंडारण कट कट वाजह नाद, आप नाथ नाथी सब जाके रिद सिद्ध अवरा साध। संजोग विजोग दोए कार चलावह लेखे आवह भाग, आदेश तिसे आदेश आद अनील अनाद अनाहत जुग जुग एको वेश। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਵ ਤਿਸ ਭਾਵੇ ਤਿਵੇਂ ਚਲਾਵੇ, ਜਿਵ ਹੋਵੇ ਫਰਮਾਨ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹ ਵਿਡਾਨ। ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੂ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਦ ਗੋਰਖਨਾਥ ਨੇ ਗੁਰੂ ਜੀ ਦੇ ਇਹ ਬਚਨ ਸੁਣੇ ਤਾਂ ਪੁੱਛਣ ਲੱਗਾ ਕਿ ਤੁਸੀਂ ਇੱਥੇ ਕਿਸ ਤਰ੍ਹਾਂ ਆਏ ਹੋ ਅਤੇ ਤੁਹਾਡਾ ਇੱਥੇ ਆਉਣ ਦਾ ਮਨੋਰਥ ਕੀ ਹੈ, ਮੈਨੂੰ ਦੱਸੋ, ਮੈਂ ਪੂਰਨ ਕਰਾਂ। ਗੁਰੂ ਜੀ ਨੇ ਕਿਹਾ, ਸਾਡੇ ਮਨੋਰਥ ਦਾ ਤਾਂ ਕਰਤਾਰ ਨੇ ਪੂਰੇ ਕੀਤੇ ਹੋਏ ਹਨ। ਜੇ ਤੁਸੀਂ ਉਪਦੇਸ਼ ਲੈਣਾ ਚਾਹੋ ਜਾਂ ਕੁਝ ਹੋਰ ਮਨ ਦੀ ਕਾਮਨਾ ਪੂਰੀ ਕਰਨੀ ਹੋਵੇ ਤਾਂ ਅਸੀਂ ਕਰਤਾਰ ਪਾਸੋਂ ਪੂਰਨ ਕਰਾ ਦਿਆਂਗੇ। ਗੁਰੂ ਜੀ ਦੇ ਇਹ ਬਚਨ ਸੁਣ ਕੇ ਗੋਰਖ ਚੁੱਪ ਹੋ ਗਿਆ, ਕੋਈ ਗੱਲ ਨਾ ਆਖੀ। ਮੰਗਲਨਾਥ ਮਖੌਲ ਨਾਲ ਬੋਲਿਆ, ਨਾਥ ਜੀ, ਨਾਨਕ ਜੀ ਨੂੰ ਤੁਸਾਂ ਸੋਹਣਾ ਉਪਦੇਸ਼ ਦਿੱਤਾ ਹੈ ਤੇ ਉਹਨਾਂ ਨੇ ਤੁਹਾਡਾ ਭੇਖ ਧਾਰਨ ਕਰ ਲਿਆ ਹੈ। ਗੋਰਖ ਨੇ ਕਿਹਾ, ਤੂੰ ਸੱਚ ਕਿਹਾ ਸੀ। ਜਿਸ ਤਰ੍ਹਾਂ ਤੂੰ ਕਿਹਾ ਸੀ ਉਸ ਤਰ੍ਹਾਂ ਹੀ ਇਹ ਪੂਰਨ ਪੁਰਖ ਗਿਆਨ ਵਿੱਚ ਇੱਕ ਰਸ ਅਡੋਲ ਹਨ। ਇੰਨੇ ਚਿਰ ਨੂੰ ਪ੍ਰਾਨਨਾਥ ਜੋਗੀ ਆ ਗਿਆ। ਉਸ ਨੇ ਕਿਹਾ, ਮਹਾਰਾਜ, ਭੋਜਨ ਬਸਤਰ ਜਿਸ ਚੀਜ਼ ਦੀ ਲੋੜ ਹੋਵੇ ਲੈ ਲਵੋ। ਇਸ ਭੋਜਨ ਦੇ ਛਕਣ ਨਾਲ ਤੁਹਾਨੂੰ ਫੇਰ ਕਦੀ ਭੁੱਖ ਨਹੀਂ ਲੱਗੇਗੀ ਅਤੇ ਬਸਤਰ ਦੇ ਪਹਿਨਣ ਨਾਲ ਕਦੀ ਨੰਗੇ ਨਹੀਂ ਹੋਵੋਗੇ। ਪ੍ਰਾਨਨਾਥ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਅਸਾਂ ਸੰਤੋਖ ਦਾ ਸ੍ਰੇਸ਼ਟ ਭੋਜਨ ਕੀਤਾ ਹੈ ਅਤੇ ਕੱਪੜੇ ਪ੍ਰੇਮਾ ਭਗਤੀ ਦੇ ਪਹਿਨੇ ਹੋਏ ਹਨ ਜੋ ਕਦੀ ਪੁਰਾਣੇ ਨਹੀਂ ਹੁੰਦੇ। ਇਹ ਸੁਣ ਕੇ ਪ੍ਰਾਨਨਾਥ ਗੁਰੂ ਜੀ ਦੇ ਪੈਰੀ ਪੈਣ ਲੱਗਾ ਸੀ ਕਿ ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਦਾ ਸਿਰ ਹੱਥਾਂ ਵਿੱਚ ਲੈ ਕੇ ਜੱਫੀ ਭਰ ਲਈ ਅਤੇ ਆਪਸ ਵਿੱਚ ਬੜੀ ਖੁਸ਼ੀ ਨਾਲ ਮਿਲ ਕੇ ਪ੍ਰਸੰਨ ਹੋਏ। ਪ੍ਰਾਨਨਾਥ ਨੇ ਕਿਹਾ, ਅੱਜ ਮੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ ਅਤੇ ਯੋਗ ਦਾ ਫਲ ਪ੍ਰਾਪਤ ਹੋਇਆ ਹੈ। ਜਦ ਪ੍ਰਾਨਨਾਥ ਇਸ ਤਰ੍ਹਾਂ ਮਹਿਮਾ ਕਰਕੇ ਚਲਿਆ ਗਿਆ ਤਾਂ ਪਿੱਛੋਂ ਮਰਦਾਨੇ ਨੇ ਪੁੱਛਿਆ, ਮਹਾਰਾਜ, ਇਹ ਜੋਗੀ ਤਾਂ ਤੁਹਾਨੂੰ ਇਉਂ ਮਿਲਿਆ ਹੈ ਜਿਵੇਂ ਕੋਈ ਚਿਰਾਂ ਦਾ ਵਿਛੜਿਆ ਹੋਇਆ ਮਿੱਤਰ ਮਿਲਦਾ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ, ਜਿਸ ਪਰ ਕਰਤਾਰ ਦੀ ਕਿਰਪਾ ਹੋਵੇ ਉਸ ਵਿੱਚ ਐਸੇ ਸ਼੍ਰੇਸ਼ਟ ਗੁਣ ਹੁੰਦੇ ਹਨ। ਇਹ ਸਾਰੇ ਨਾਥਾਂ ਵਿੱਚੋਂ ਸ਼੍ਰੇਸ਼ਟ ਹੈ। ਇਸ ਸਮਾਨ ਹੋਰ ਕਿਸੇ ਦੀ ਵਾਰਤਾ ਨਹੀਂ ਹੈ। ਮਰਦਾਨੇ ਨੇ ਪੁੱਛਿਆ, ਮੈਨੂੰ ਸਾਰੇ ਨਾਥਾਂ ਦੇ ਨਾਮ ਸੁਣਾਓ। ਜਿਤਨੇ ਜਤੀ ਹਨ ਉਹਨਾਂ ਦੇ ਨਾਮ ਵੀ ਦੱਸੋ। ਸਿੱਧਾਂ ਦੇ ਕਿਤਨੇ ਭੇਖ ਹਨ। ਗੁਰੂ ਜੀ ਨੇ ਕਿਹਾ, ਜਿਤਨੇ ਸਿੱਧ ਹਨ ਉਹ ਸਾਰੇ ਹੀ ਨਾਥ ਅਖਵਾਉਂਦੇ ਹਨ। ਉਹਨਾਂ ਦੇ ਨਾਮ ਇਹ ਹਨ, 1 ਪ੍ਰਾਨਨਾਥ, 2 ਗੋਪੀ ਚੰਦ, 3 ਸੁਰਤਨਾਥ, 4 ਗੋਰਖਨਾਥ, 5 ਮਛੰਦਰਨਾਥ, 6 ਮੰਗਲਨਾਥ, 7 ਚਰਪਟਨਾਥ, 8
ਚੰਬਾਨਾਥ ਅਤੇ 9 ਘੁੱਗੂਨਾਥ। ਹੁਣ ਜਤੀਆਂ ਦੇ ਨਾਮ ਸੁਣੋ। 1 ਲਛਮਣ, 2 ਗੋਰਖ, 3 ਹਨੂਮਾਨ, 4 ਭੀਸ਼ਮ, 5 ਭੈਰੋ, 6 ਦੱਤਾਤਰੇय। 84 ਸਿੱਧ ਇਹ ਹਨ: ਸੂਰ ਸਿੱਧ, ਲੋਹਾਰੀਪਾ, ਭੰਗਰ, ਹਾਜੀ ਰਤਨ, ਖਿੰਥੜਾ, ਝੰਗਰ, ਕੇਵਲ ਕਰਨ, ਜਾਲਕਾ, ਸੰਗਰ, ਸਮਰੱਥ, ਨਿਰਤ, ਬਿਮਲਕਾ, ਲੰਗਰ, ਪੂਰਨ, ਨਾਸਕ, ਔਗੜ, ਊਰਮ, ਭਰਥਰੀ, ਈਸਰ, ਪਰਬਤ, ਧੂਰਮ, ਜੋਤਮਗਨ, ਸਿੱਧ ਸੈਨ, ਹਨੀਫਾ, ਥਾਈਐਨ, ਪਤੀ ਪ੍ਰਾਨ, ਕਨੀਫਾ, ਬਿਮਲ ਜੋਤ, ਸੀਤਲ ਜਲ, ਗਿਰਵਰ, ਚਤੁਰ, ਬੈਨ, ਮੁਕਤੀਸਾਰ, ਗਿਰਧਰ, ਸੁਰਸੈਨ, ਗਿਰਬੋਧ, ਪਲਕ ਨਿਧੀ, ਸ਼ੰਭੂ, ਮਗਨਧਾਰ, ਕਨਕਾ, ਗੌਣ ਗਵਾਲ, ਕਾਲੇਂਦਰੈ, ਦਰਸ਼ਨ, ਚਲਨ ਜੋਤ, ਤੁਲਸਾ, ਗੋਵਰਧਨ, ਕੇਵਲ, ਕਰਮੀ, ਕਲਾ, ਬਿਲਾਸੀ, ਭੂਤਵੇ, ਕੇਸ਼ਕਰਨ, ਕਰਮਨਾਸੀ, ਸੰਗਰ, ਕ੍ਰਿਸ਼ਨ, ਕੁਆਰ, ਅਸਰ ਨਿਧ, ਪਲਕਾ, ਰਾਜਕੁਮਾਰ, ਰਾਮ ਸਿੱਧ, ਨੀਰ, ਹੁਸੈਨੀ, ਆਪਰੰਪੀ, ਨੀਰ, ਜੰਬੀਲ, ਕਲੇ, ਸੰਦੂਪੀ, ਜੋਗ ਹਰੇ, ਖੁਲਾਸ ਕਸ, ਤੂਪੀ, ਕੇਵਲ ਕਰਮੀ, ਜੋਗੀ, ਅਨੂਪੀ, ਮੂਲ ਮੰਤਰੀ, ਕੇਦਾਰ, ਇੱਕ ਰੰਗੀ, ਨਾਸਕਾ, ਸਿਲ, ਤੁਰਤ ਰੰਗੀ, ਕਿਲੰਕਲ, ਕਰਨ ਜੋਗ, ਬਚਿੱਤਰਾ, ਈਸ਼ਰ ਪ੍ਰੰਗੀ, ਯੋਗ, ਪਵਿੱਤਰਾ, ਸੰਭਾਲਕਾ, ਵਿਹੰਗਮ ਜੋਗੀ, ਬ੍ਰਹਮ ਜੋਗੀ, ਬ੍ਰਹਮ ਭੋਗੀ, ਸਰਸਵਤੀ, ਬਿਸ਼ਨਪਤੀ, ਗੰਧਾਰੀ, ਵਾਸੀ ਗੁਫਾ, ਬ੍ਰਹਮ ਬ੍ਰਤਧਾਰੀ, ਮੁਗਲ ਜੋਗ। ਮਰਦਾਨੇ ਨੇ ਕਿਹਾ, ਜੀ ਇਹ ਤਾਂ ਮੈਂ ਸਭ ਸੁਣ ਲਏ ਹਨ। ਮੇਰਾ ਇੱਕ ਹੋਰ ਸੰਸਾ ਦੂਰ ਕਰਕੇ ਫੇਰ ਅੱਗੇ ਚੱਲਣਾ। ਸੰਸਾ ਇਹ ਹੈ ਕਿ ਐਸੇ ਬੇਅੰਤ ਲੋਕ ਹਨ ਜਿਨ੍ਹਾਂ ਨੇ ਇਸਤਰੀ ਨਾਲ ਭੋਗ ਨਹੀਂ ਕੀਤਾ, ਪਰ ਤੁਸਾਂ ਕੇਵਲ 6 ਜਤੀ ਹੀ ਦੱਸੇ ਹਨ। ਗੁਰੂ ਜੀ ਨੇ ਕਿਹਾ, ਮਰਦਾਨਾ, ਜਤੀ ਉਹ ਨਹੀਂ ਹੁੰਦੇ ਜੋ ਤੂੰ ਵਿਚਾਰਦਾ ਹੈ। ਜਤੀ ਉਹ ਹੁੰਦਾ ਹੈ ਜਿਹੜਾ ਕਿਸੇ ਇੰਦਰੇ ਤੋਂ ਵੀਰਜ ਨਾ ਨਿਕਲਣ ਦੇਵੇ। ਜੈਸਾ ਕਿ ਅੱਖਾਂ ਨਾਲ ਵੇਖ ਕੇ ਇਸਤਰੀ ਦੇ ਰੂਪ 'ਤੇ ਲੁਭਾਇਮਾਨ ਹੋਣਾ, ਇਸ 'ਤੇ ਵੀਰਜ ਅੱਖਾਂ ਰਾਹੀਂ ਜਾਂਦਾ ਹੈ। ਕੰਨਾਂ ਨਾਲ ਇਸਤਰੀ ਪ੍ਰੇਮ ਦੀਆਂ ਗੱਲਾਂ ਸੁਣ ਕੇ ਵੀਰਜ ਕੰਨਾਂ ਰਾਹੀਂ ਜਾਂਦਾ ਹੈ। ਮੂੰਹ ਤੋਂ ਇਸਤਰੀ ਪ੍ਰੇਮ ਦੀਆਂ ਗੱਲਾਂ ਕਰਕੇ ਅਤੇ ਅੰਗ ਨਾਲ ਅੰਗ ਲਾ ਕੇ ਵੀਰਜ ਜਾਂਦਾ ਹੈ। ਇਸ ਤਰ੍ਹਾਂ 8 ਪ੍ਰਕਾਰ ਦੇ ਭੋਗ ਹੁੰਦਾ ਹੈ ਜਿਸ ਨਾਲ ਵੀਰਜਪਾਤ ਹੁੰਦਾ ਹੈ। ਪੂਰਨ ਜਤੀ ਉਹੀ ਹੈ ਜਿਹੜਾ ਇਹਨਾਂ ਸਾਰੇ ਅੰਗਾਂ ਤੋਂ ਵੀਰਜ ਨੂੰ ਨਿਕਲ ਨਾ ਦੇਵੇ। ਸੋ ਇਹ 6 ਜਤੀ ਹੀ ਐਸੇ ਹਨ। ਫਿਰ ਮਰਦਾਨੇ ਨੇ ਕਿਹਾ, ਅੱਛਾ ਗੁਰੂ ਜੀ, ਹੁਣ ਜੇ ਤੁਹਾਨੂੰ ਪ੍ਰਵਾਨ ਹੋਵੇ ਤਾਂ ਅੱਗੇ ਚਲੀਏ। ਮੈਂ ਕੁਝ ਹੋਰ ਉੱਚੇ ਸਥਾਨ ਵੀ ਵੇਖਣੇ ਚਾਹੁੰਦਾ ਹਾਂ। ਗੁਰੂ ਜੀ ਨੇ ਕਿਹਾ, ਚਲੋ, ਕੋਈ ਦੇਰੀ ਨਹੀਂ। ਜਦ ਗੁਰੂ ਜੀ ਨੇ ਅੱਗੇ ਜਾਣ ਦੀ ਤਿਆਰੀ ਕੀਤੀ ਤਾਂ ਮੰਗਲਨਾਥ ਅਤੇ ਗੋਪੀ ਚੰਦ ਆਦਿਕ ਸਿੱਧਾਂ ਨੇ ਬੜੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਤੁਸੀਂ ਇੱਥੇ ਹੀ ਦਰਸ਼ਨ ਦਿਓ, ਅੱਗੇ ਨਾ ਜਾਓ। ਗੁਰੂ ਜੀ ਨੇ ਕਿਹਾ, ਆਸਣ 'ਤੇ ਬੈਠਣਾ ਸਾਡਾ ਛੁੱਟ ਗਿਆ ਹੋਇਆ ਹੈ। ਸਾਡੀ ਨਜ਼ਰ ਨਿਰੰਕਾਰ 'ਤੇ ਲੱਗੀ ਹੋਈ ਹੈ, ਹੋਰ ਕਿਸੇ ਥਾਂ ਨਹੀਂ ਠਹਿਰਦੀ। ਉਸ ਨੂੰ ਵੇਖੇ ਬਿਨਾਂ ਸ਼ਾਂਤ ਨਹੀਂ ਆਉਂਦੀ। ਸੋ ਹੁਣ ਅਸਾਂ ਜ਼ਰੂਰ ਜਾਣਾ ਹੈ। ਫੇਰ ਕੁਝ ਸਮੇਂ ਉਪਰੰਤ ਮਿਲਾਪ ਹੋਵੇਗਾ। ਸਿੱਧਾਂ ਨੇ ਕਿਹਾ, ਸਭ ਸਥਾਨ ਤੁਹਾਡੇ ਹੀ ਹਨ, ਜਿੱਧਰ ਇੱਛਾ ਹੈ ਉੱਧਰ ਹੀ ਚਰਨ ਪਾਓ। ਉਪਰੰਤ ਪਰਸਪਰ ਪ੍ਰੇਮ ਨਾਲ ਆਦੇਸ਼ ਬੁਲਾ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਕਾਕ ਪਸੁੰਡ ਅਤੇ ਦੱਤਾਤਰੇय। ਸਿੱਧਾ ਪਾਸੋਂ ਵਿਦਾ ਹੋ ਕੇ ਗੁਰੂ ਜੀ ਚਲਦੇ ਚਲਦੇ ਕਾਕ ਪਸੁੰਡ ਦੇ ਅਸਥਾਨ 'ਤੇ ਪਹੁੰਚ ਗਏ। ਅੱਗੇ ਬਹੁਤ ਸਾਰੇ ਪੰਛੀਆਂ ਵਿੱਚ ਕਾਕ ਪਸੁੰਡ ਬੈਠਾ ਹੋਇਆ ਕਥਾ ਕਰ ਰਿਹਾ ਸੀ। ਮੈਂ, ਮਰਦਾਨਾ ਤੇ ਗੁਰੂ ਜੀ ਵੀ ਬੈਠ ਕੇ ਕਥਾ ਸੁਣਦੇ ਰਹੇ। ਜਦ ਕਾਕ ਪਸੁੰਡ ਨੇ ਕਥਾ ਦਾ ਭੋਗ ਪਾਇਆ ਤਾਂ ਕੁਝ ਸਮੇਂ ਉਪਰੰਤ ਮਰਦਾਨੇ ਨੇ ਸ਼ਬਦ ਗਾਇਆ, ਜਿਸ ਨਾਲ ਕਾਕ ਪਸੁੰਡ ਦੀ ਸਮਾਧੀ ਲੱਗ ਗਈ। ਜਦ ਸ਼ਬਦ ਗਾ ਕੇ ਮਰਦਾਨਾ ਚੁੱਪ ਕਰ ਗਿਆ ਤਾਂ ਕਾਕ ਪਸੁੰਡ ਨੇ ਅੱਖਾਂ ਖੋਲ੍ਹ ਕੇ ਪੁੱਛਿਆ ਕਿ ਇਹ ਸ਼ਬਦ ਕਿਸ ਦਾ ਹੈ। ਮਰਦਾਨੇ ਨੇ ਕਿਹਾ, ਇਹ ਸ਼ਬਦ ਗੁਰੂ ਨਾਨਕ ਜੀ ਦਾ ਹੈ। ਕਾਕ ਪਸੁੰਡ ਗੁਰੂ ਜੀ ਦਾ ਨਾਮ ਸੁਣ ਕੇ ਆਪ ਜੀ ਦੇ ਚਰਨਾਂ 'ਤੇ ਪੈ ਗਿਆ। ਉਸ ਨੂੰ ਵੇਖ ਕੇ ਦੂਸਰੇ ਪੰਛੀਆਂ ਨੇ ਵੀ ਆਣ ਕੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰਾਂ ਕੀਤੀਆਂ। ਕਾਕ ਪਸੁੰਡ ਨੇ ਕਿਹਾ, ਮਹਾਰਾਜ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਜੋ ਦਰਸ਼ਨ ਦੇ ਕੇ ਮੈਨੂੰ ਨਿਹਾਲ ਕੀਤਾ ਹੈ। ਜੋ ਪੁਰਸ਼ ਆਪ ਜੀ ਦਾ ਉਪਦੇਸ਼ ਧਾਰਨ ਕਰੇਗਾ ਉਹ ਤੀਰਥਾਂ ਨੂੰ ਵੀ ਪਵਿੱਤਰ ਕਰ ਦੇਵੇਗਾ।
ਗੁਰੂ ਜੀ ਨੇ ਕਿਹਾ, ਕਾਕ ਭਸੁੰਡ ਜੀ, ਆਪ ਸਭ ਗੁਣਾਂ ਵਿੱਚ ਪੂਰਨ ਹੋ, ਇੱਕ ਰਸ ਭਗਤੀ ਵਿੱਚ ਰਤੇ ਰਹਿੰਦੇ ਹੋ। ਸਰੋਤਿਆਂ ਵਿੱਚੋਂ ਤੁਸੀਂ ਮਹਾਨ ਸਰੋਤੇ ਹੋ। ਕਾਕ ਭਸੁੰਡ ਨੇ ਬੇਨਤੀ ਕੀਤੀ, ਮੈਨੂੰ ਇਹ ਦੱਸੋ ਕਿ ਸਰੋਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਗੁਰੂ ਜੀ ਨੇ ਕਿਹਾ, ਸਰੋਤੇ 5 ਪ੍ਰਕਾਰ ਦੇ ਹੁੰਦੇ ਹਨ। 1 ਰਾਗ ਰਾਗਨੀ ਨੂੰ ਸਮਝਣ ਵਾਲੇ, 2 ਸੁਰ ਦਾ ਗਿਆਨ ਰੱਖਣ ਵਾਲੇ, 3 ਤਾਲ ਨੂੰ ਚਿੱਤ ਲਾ ਕੇ ਪ੍ਰੇਮ ਨਾਲ ਸੁਣਨ ਵਾਲੇ, 4 ਵਾਜੇ ਨਾਲ ਆਨੰਦ ਲੈਣ ਵਾਲੇ, 5 ਸ਼ਬਦ ਦੇ ਅਰਥ ਅਤੇ ਤਾਤ ਪਰਜ ਨੂੰ ਸਮਝਣ ਵਾਲੇ। ਇਹ ਸਭ ਤੋਂ ਉੱਤਮ ਸਰੋਤੇ ਹਨ ਜੋ ਅਰਥ ਸਮਝ ਵਿਚਾਰਦੇ ਹਨ। ਮਰਦਾਨੇ ਨੇ ਪੁੱਛਿਆ, ਰਿਖੀ ਜੀ, ਤੁਸੀਂ ਕਿੰਨੇ ਕੁ ਯੁੱਗ ਬਦਲਦੇ ਵੇਖੇ ਹਨ। ਕਾਕ ਭਸੁੰਡ ਬੋਲਿਆ ਕਿ ਮੇਰੀ ਆਯੂ ਪ੍ਰਮਾਣ ਰਹਿਤ ਹੈ। ਜਦ 1000 ਯੁੱਗ ਬੀਤ ਜਾਵੇ ਤਾਂ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ। ਇਸ ਦੇ ਬਰਾਬਰ ਹੀ ਰਾਤ ਹੁੰਦੀ ਹੈ। ਜਦ ਇਸ ਪ੍ਰਕਾਰ 100 ਵਰ੍ਹਾ ਬੀਤੇ ਤਾਂ ਬ੍ਰਹਮਾ ਦੀ ਉਮਰ ਪੁੱਗਦੀ ਹੈ। ਪਰ ਮੇਰੇ ਵੇਖਦਿਆਂ ਵੇਖਦਿਆਂ ਕਈ ਬ੍ਰਹਮੇ ਮਰੇ ਤੇ ਕਈ ਪਰਲੇ ਹੋਈਆਂ। ਜਦ ਬ੍ਰਹਮਾ ਪੈਦਾ ਹੁੰਦਾ ਹੈ ਤਾਂ ਉਹ ਨਵੇਂ ਸਿਰੇ ਸ੍ਰਿਸ਼ਟੀ ਰਚਦਾ ਹੈ। ਮਰਦਾਨਾ ਇਹ ਗੱਲ ਸੁਣ ਕੇ ਹੈਰਾਨਗੀ ਨਾਲ ਚੁੱਪ ਕਰ ਰਿਹਾ। ਫਿਰ ਮੈਂ ਪੁੱਛਿਆ, ਰਿਖੀ ਜੀ, ਤੁਸੀਂ ਹਰੀ ਭਗਤਾਂ ਵਿੱਚੋਂ ਸ਼੍ਰੋਮਣੀ ਹੋ, ਹਰ ਪ੍ਰਕਾਰ ਸਭ ਵਿੱਚੋਂ ਤੁਸੀਂ ਵੱਡੇ ਹੋ, ਪਰ ਮੇਰਾ ਇਹ ਸੰਸਾਰ ਨਿਵਰਤ ਕਰੋ ਕਿ ਤੁਹਾਨੂੰ ਇਹ ਕਾਂ ਦਾ ਜਨਮ ਕਿਉਂ ਮਿਲਿਆ। ਕਾਕ ਭਸੁੰਡ ਨੇ ਕਿਹਾ, ਇੱਕ ਆਪਣੇ ਸ਼ੂਦਰ ਜਨਮ ਵਿੱਚ ਮੈਂ ਸ਼ਿਵਾ ਦਾ ਬੜਾ ਉਪਾਸਕ ਸਾਂ ਅਤੇ ਵਿਸ਼ਨੂੰ ਨਾਲ ਦਵੈਖ ਰੱਖਦਾ ਸਾਂ। ਮੈਂ ਅਯੁੱਧਿਆ ਵਿੱਚ ਰਹਿੰਦਾ ਸਾਂ ਕਿ ਜਦ ਇੱਕ ਸਮੇਂ ਉੱਥੇ ਕਾਲ ਪੈ ਗਿਆ ਤਾਂ ਮੈਂ ਉੱਥੋਂ ਉਜੈਨ ਚਲਿਆ ਗਿਆ। ਉਜੈਨ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਉਸ ਦੇ ਮਨ ਵਿੱਚ ਕੋਈ ਦਵੈਖ ਨਹੀਂ ਸੀ। ਮੈਂ ਉਸ ਨੂੰ ਗੁਰੂ ਧਾਰਨ ਕਰ ਲਿਆ। ਉਹ ਮੇਰੇ ਪਾਸੋਂ ਵਿਸ਼ਨੂੰ ਭਗਤੀ ਕਰਾਉਂਦਾ ਸੀ ਜੋ ਮੈਨੂੰ ਚੰਗੀ ਨਹੀਂ ਲੱਗਦੀ ਸੀ। ਉਹ ਮੈਨੂੰ ਬਹੁਤ ਸਮਝਾਉਂਦਾ ਸੀ ਪਰ ਮੈਂ ਉਸ ਦੀ ਕੋਈ ਗੱਲ ਨਹੀਂ ਮੰਨਦਾ ਸਾਂ। ਇੱਕ ਦਿਨ ਮੈਂ ਸ਼ਿਵ ਮੰਦਰ ਵਿੱਚ ਬੈਠਾ ਸ਼ਿਵ ਪੂਜਾ ਕਰ ਰਿਹਾ ਸਾਂ ਕਿ ਉਹ ਮੇਰਾ ਬ੍ਰਾਹਮਣ ਗੁਰੂ ਆ ਗਿਆ। ਮੈਂ ਉੱਠ ਕੇ ਉਸ ਦਾ ਸਨਮਾਨ ਨਾ ਕੀਤਾ ਤੇ ਨਾ ਹੀ ਹੰਕਾਰ ਕਰਕੇ ਉਸ ਅੱਗੇ ਸਰਨੀਮਾ ਕੀਤਾ। ਉਹ ਆਦਰ ਅਨਾਦਰ ਨੂੰ ਇੱਕ ਸਮਾਨ ਸਮਝਦਾ ਸੀ। ਪਰ ਸ਼ਿਵ ਜੀ ਦੇ ਮੰਦਰ ਵਿੱਚੋਂ ਆਕਾਸ਼ ਬਾਣੀ ਹੋਈ, ਹੇ ਦੁਸ਼ਟ, ਪਹਿਲਾਂ ਤੂੰ ਨਰਕ ਭੋਗ ਕੇ ਫਿਰ ਟੇਢੀਆਂ ਜੂਨਾਂ ਭੋਗੇਂਗਾ। ਤੂੰ ਗੁਰੂ ਦਾ ਨਿਰਾਦਰ ਕੀਤਾ ਹੈ, ਵਿਸ਼ਨੂੰ ਦਾ ਧਰੋਹੀ ਹੈ, ਇਸ ਕਰਕੇ ਤੈਨੂੰ ਇਹ ਦੰਡ ਸਹਾਰਨਾ ਪਵੇਗਾ। ਇਹ ਬਾਣੀ ਸੁਣ ਕੇ ਮੇਰੇ ਗੁਰੂ ਨੂੰ ਮੇਰੇ ਤੇ ਦਇਆ ਆ ਗਈ। ਉਹਨਾਂ ਨੇ ਸ਼ਿਵ ਜੀ ਦੀ ਉਸਤਤੀ ਕਰਕੇ ਬੇਨਤੀ ਕੀਤੀ ਕਿ ਇਸ ਨੂੰ ਬਖਸ਼ ਦਿਓ। ਇਸ ਤੇ ਫਿਰ ਆਕਾਸ਼ਬਾਣੀ ਹੋਈ ਕਿ ਹੇ ਬ੍ਰਾਹਮਣ, ਤੇਰੀ ਕਿਰਪਾ ਕਰਕੇ ਇਸ ਨੂੰ ਆਪਣੇ ਸਾਰੇ ਜਨਮਾਂ ਦੀ ਖਬਰ ਰਹੇਗੀ, ਪਰ ਮੇਰਾ ਇਹ ਸਰਾਪ ਨਿਸਫਲ ਨਹੀਂ ਜਾਏਗਾ। ਇਸ ਨੂੰ ਨਰਕ ਅਤੇ ਜਨਮ ਮਰਨ ਦੁੱਖ ਭੋਗਣੇ ਪੈਣਗੇ। ਤਦ ਮੈਂ ਮਰ ਕੇ ਨਰਕ ਵਿੱਚ ਪੈ ਗਿਆ। ਮੈਨੂੰ ਦੁੱਖ ਬਹੁਤ ਮਿਲਿਆ। ਜਦ ਨਰਕ ਦਾ ਸਮਾਂ ਬੀਤ ਗਿਆ ਤਾਂ ਮੈਨੂੰ 84 ਲੱਖ ਜੂਨਾਂ ਦੇ ਗੇੜ ਵਿੱਚ ਪਾਇਆ ਗਿਆ। ਸਭ ਜੂਨਾਂ ਭੋਗ ਕੇ ਫਿਰ ਮੈਨੂੰ ਬ੍ਰਾਹਮਣ ਦਾ ਜਨਮ ਮਿਲਿਆ। ਤਦ ਮੈਂ ਸਰਗੁਣ ਦੀ ਉਪਾਸਨਾ ਕਰਨ ਲੱਗਾ। ਇੱਕ ਦਿਨ ਲੋਮਸ ਰਿਸ਼ੀ ਪਾਸ ਮੈਂ ਜਾ ਬੈਠਾ। ਉਹਨਾਂ ਨੇ ਮੈਨੂੰ ਨਿਰਗੁਣ ਦੀ ਉਪਾਸਨਾ ਦੱਸੀ। ਉਹਨਾਂ ਨੇ ਬਹੁਤ ਸਮਝਾਇਆ ਪਰ ਮੈਂ ਸਰਗੁਣ ਦੇ ਗੁਣ ਹੀ ਗਾਉਂਦਾ ਰਿਹਾ। ਨਿਰਗੁਣ ਉਪਾਸਨਾ ਵੱਲ ਕੋਈ ਧਿਆਨ ਨਾ ਦੇਵਾਂ। ਮੇਰੀ ਉਲਟੀ ਮੱਤ ਵੇਖ ਕੇ ਕ੍ਰੋਧ ਨਾਲ ਕਿਹਾ ਕਿ ਤੂੰ ਵਾਰੰਵਾਰ ਮੇਰੀ ਗੱਲ ਨੂੰ ਮੋੜਦਾ ਹੈ। ਤੇਰੇ ਬੋਲ ਪੰਛੀ ਵਾਂਗ ਹਨ। ਹੁਣ ਤੂੰ ਕਾਂ ਦਾ ਜਨਮ ਲੈ ਕੇ ਮੇਰੇ ਸਰਾਪ ਨੂੰ ਭੋਗ। ਮੈਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਆਪ ਜੀ ਦਾ ਸਰਾਪ ਸੱਚਾ ਹੋਵੇਗਾ। ਮੈਨੂੰ ਆਪਣਾ ਸੇਵਕ ਜਾਣ ਕੇ ਇਹ ਕਿਰਪਾ ਕਰੋ ਕਿ ਮੇਰਾ ਗਿਆਨ ਨਸ਼ਟ ਨਾ ਹੋਵੇ। ਮੇਰੀ ਬੇਨਤੀ ਸੁਣ ਕੇ ਲੋਮਸ ਰਿਸ਼ੀ ਨੇ ਦਇਆ ਕਰਕੇ ਆਖਿਆ, ਤੇਰੇ ਹਿਰਦੇ ਵਿੱਚ ਸਦਾ ਗਿਆਨ ਹੋਵੇਗਾ ਅਤੇ ਤੇਰੀ ਮੌਤ ਤੇਰੀ ਇੱਛਾ ਅਨੁਸਾਰ ਹੀ ਹੋਵੇਗੀ। ਸੋ ਕਾਕ ਦਾ ਜਨਮ ਧਾਰ ਕੇ ਮੈਂ ਇੱਥੇ ਨਿਵਾਸ ਕੀਤਾ ਹੋਇਆ ਹੈ ਅਤੇ ਸਦਾ ਪ੍ਰਸੰਨ ਰਹਿੰਦਾ ਹਾਂ। ਦੱਤਾਤਰੇय। ਕਾਕ ਭਸੁੰਡ ਨਾਲ ਗੱਲਬਾਤ ਕਰਕੇ ਬੜੇ ਪ੍ਰੇਮ ਨਾਲ ਗੁਰੂ ਜੀ ਨੇ ਅੱਗੇ ਚੱਲ ਕੇ ਦੱਤਾਤਰੇय ਦੇ ਅਸਥਾਨ ਤੇ ਪੁੱਜ ਗਏ। ਦੱਤਾਤਰੇय ਵਿਸਰਾਮ ਕਰ ਰਿਹਾ ਸੀ। ਉਸ ਨੂੰ ਵੇਖ ਕੇ ਮਰਦਾਨੇ ਨੇ ਆਖਿਆ, ਗੁਰੂ ਜੀ, ਇਹ ਕੌਣ ਹੈ? ਬੜਾ ਮਸਤ ਹੋ ਕੇ ਪਿਆ ਹੋਇਆ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਦੱਤਾਤਰੇय ਹੈ। ਬੜਾ ਆਤਮ ਗਿਆਨੀ, ਵੱਡਾ ਸੰਨਿਆਸੀ ਅਤੇ ਵਿਰਕਤ ਹੋ ਕੇ ਸੰਸਾਰ ਵਿੱਚ ਫਿਰ ਕੇ ਇਸ ਨੇ 24 ਗੁਰੂ ਧਾਰਨ ਕੀਤੇ ਹਨ। ਇਹ ਨਿਰੰਕਾਰ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ। ਤਿੰਨਾਂ ਲੋਕਾਂ ਦੇ ਸੁੱਖਾਂ ਨੂੰ ਇਸ ਨੇ ਤ੍ਰਿਣ ਵਾਂਗ ਤਿਆਗਿਆ ਹੋਇਆ ਹੈ ਤੇ ਸਦਾ ਹੀ ਅਡੋਲ ਰਹਿੰਦਾ ਹੈ। ਹੇ ਗੁਰੂ ਅੰਗਦ ਜੀ, ਮੈਂ ਪੁੱਛਿਆ, ਗੁਰੂ ਜੀ, ਇਸ ਦਾ ਨਾਮ ਤਾਂ ਅੱਗੇ ਸੁਣਿਆ ਸੀ ਪਰ ਤੁਹਾਡੀ ਕਿਰਪਾ ਨਾਲ ਅੱਜ ਦਰਸ਼ਨ ਵੀ ਕਰ ਲਏ ਹਨ। ਇਸ ਨਾਲ ਕੋਈ ਬਚਨ ਬਿਲਾਸ ਵੀ ਕਰਨਾ ਚਾਹੀਦਾ ਹੈ।
ਤਦ ਗੁਰੂ ਜੀ ਨੇ ਕਿਹਾ, ਹੇ ਦੱਤਾਤਰੇय, ਤੁਸੀਂ ਸਰੀਰ ਦੇ ਹੁੰਦਿਆਂ ਵੀ ਬੋਲਦੇ ਨਹੀਂ। ਅੱਖਾਂ ਖੋਲ੍ਹੋ, ਮਨ ਨੂੰ ਥਿਰ ਰੱਖੋ ਤੇ ਕਿਸੇ ਨੂੰ ਵੇਖ ਕੇ ਚਿੱਤ ਨਾ ਡੋਲਣ ਰੱਖੋ ਤੇ ਕਿਸੇ ਨੂੰ ਵੇਖ ਕੇ ਚਿੱਤ ਨੂੰ ਡੋਲਣ ਨਾ ਦਿਓ। ਸਭ ਵਿੱਚ ਇੱਕ ਕਰਤਾਰ ਹੀ ਵਿਆਪ ਰਿਹਾ ਹੈ। ਦੱਤਾਤਰੇय ਨੇ ਕਿਹਾ, ਮੇਰਾ ਜਗਤ ਨਾਲ ਕੋਈ ਕੰਮ ਨਹੀਂ ਹੈ ਅਤੇ ਬੋਲਣਾ ਮੇਰਾ ਸੁਭਾਵ ਨਹੀਂ ਹੈ। ਆਸ ਤੋਂ ਨਿਰਾਸ਼ ਹੋ ਕੇ ਮਨ ਸਦਾ ਥਿਰ ਰਹਿੰਦਾ ਹੈ, ਕਦੀ ਡੋਲਦਾ ਨਹੀਂ। ਨਿਰੰਕਾਰ ਰੋਮ ਰੋਮ ਵਿੱਚ ਚੰਗੀ ਤਰ੍ਹਾਂ ਵਸ ਰਿਹਾ ਹੈ। ਫਿਰ ਜੇਬਾਂ ਨਾਲ ਬੋਲ ਕੇ ਕਿਸ ਨੂੰ ਸੁਣਾਵਾਂ। ਉਸ ਦੇ ਬਚਨ ਸੁਣ ਕੇ ਗੁਰੂ ਜੀ ਬੋਲੇ, ਤੁਸੀਂ ਧੰਨ ਹੋ ਜਿਨ੍ਹਾਂ ਦਾ ਮਨ ਅਡੋਲ ਰਹਿੰਦਾ ਹੈ ਅਤੇ ਆਤਮ ਗਿਆਨ ਰੂਪੀ ਸਮੁੰਦਰ ਵਿੱਚ ਮੱਛੀ ਵਾਂਗ ਰਹਿੰਦੇ ਹੋ। ਇਸ ਤਰ੍ਹਾਂ ਕੁਝ ਸਮਾਂ ਪ੍ਰੇਮਮਈ ਵਾਰਤਾਲਾਪ ਕਰਕੇ ਗੁਰੂ ਜੀ ਅੱਗੇ ਚੱਲਣ ਵਾਸਤੇ ਤਿਆਰ ਹੋ ਗਏ। ਪ੍ਰਹਿਲਾਦ ਭਗਤ। ਬਾਲਾ ਜੀ ਨੇ ਕਿਹਾ, ਗੁਰੂ ਜੀ ਕਾਕ ਭਸੁੰਡ ਦੇ ਟਿਕਾਣੇ ਤੋਂ ਚੱਲ ਕੇ ਲਾਚੀਨ ਪੰਛੀਆਂ ਦੇ ਦੇਸ਼ ਚਲੇ ਗਏ। ਇਹਨਾਂ ਪੰਛੀਆਂ ਦੀਆਂ ਵੱਡੀਆਂ ਵੱਡੀਆਂ ਦੇਹਾਂ ਸਨ ਜੋ ਹਾਥੀਆਂ ਨੂੰ ਆਪਣੀ ਚੁੰਝ ਵਿੱਚ ਚੁੱਕ ਕੇ ਉੱਡ ਜਾਂਦੇ ਸਨ। ਉੱਥੇ ਹੀ ਪ੍ਰਹਿਲਾਦ ਭਗਤ ਦਾ ਨਿਵਾਸ ਸੀ, ਜੋ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਾ ਹੋਇਆ ਸੀ। ਗੁਰੂ ਜੀ ਨੇ ਜਦ ਉਸ ਦੇ ਪਾਸ ਖੜੇ ਹੋ ਕੇ ਉੱਚੀ ਆਵਾਜ਼ ਨਾਲ ਕਰਤਾਰ ਕਰਤਾਰ ਕਿਹਾ ਤਾਂ ਪ੍ਰਹਿਲਾਦ ਭਗਤ ਦੀ ਸਮਾਧੀ ਖੁੱਲ੍ਹ ਗਈ। ਗੁਰੂ ਜੀ ਨੂੰ ਵੇਖ ਕੇ ਉਸ ਨੇ ਪੁੱਛਿਆ, ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਇਸ ਸਥਾਨ 'ਤੇ ਤੁਹਾਨੂੰ ਕਿਸ ਨੇ ਲਿਆਂਦਾ ਹੈ? ਇੱਥੇ ਕਿਸੇ ਪੁਰਸ਼ ਦੀ ਪਹੁੰਚ ਨਹੀਂ ਹੈ, ਅੱਗੇ ਕਿੱਥੇ ਜਾਣ ਦੀ ਇੱਛਾ ਹੈ? ਇਹ ਪ੍ਰਸ਼ਨ ਸੁਣ ਕੇ ਗੁਰੂ ਜੀ ਬੋਲੇ, ਭਗਤ ਜੀ, ਤੁਸਾਂ ਜੋ ਬੜੀ ਸ਼ਰਧਾ ਨਾਲ ਨਾਮ ਸਿਮਰਿਆ ਹੈ ਅਤੇ ਜਿਸ ਨੇ ਤੁਹਾਡੀ ਰੱਖਿਆ ਕਰਕੇ ਤੁਹਾਡੇ ਦੋਖਿਆਂ ਨੂੰ ਮਾਰ ਕੇ ਨਾਸ਼ ਕੀਤਾ, ਅਸੀਂ ਵੀ ਉਸ ਦੇ ਹੀ ਉਪਾਸ਼ਕ ਹਾਂ ਅਤੇ ਉਸ ਦੀ ਸ਼ਕਤੀ ਕਰਕੇ ਹੀ ਇੱਥੇ ਤੁਹਾਡੇ ਦਰਸ਼ਨਾਂ ਦੀ ਚਾਹ ਕਰਕੇ ਆਏ ਹਾਂ। ਪ੍ਰਹਿਲਾਦ ਨੇ ਕਿਹਾ, ਕਿਹੜਾ ਭਾਂਡਾ ਧੋ ਕੇ ਸਾਫ਼ ਕੀਤਾ ਹੈ? ਕਿਹੜਾ ਉਸ ਵਿੱਚ ਦੁੱਧ ਚੋ ਕੇ ਪਾਇਆ ਹੈ? ਕਿਸ ਤਰ੍ਹਾਂ ਤੱਤਾ ਕੀਤਾ ਹੈ? ਉਸ ਵਿੱਚ ਜਾਗ ਕਿਹੜੀ ਲਾਈ ਹੈ? ਕਿਸ ਥਾਂ 'ਤੇ ਰੱਖ ਕੇ ਦੁੱਧ ਜਮਾਇਆ? ਫਿਰ ਕਿਸ ਤਰ੍ਹਾਂ ਰਿੜਕ ਕੇ ਮੱਖਣ ਕੱਢਿਆ ਹੈ? ਫਿਰ ਉਸ ਮੱਖਣ ਨੂੰ ਕਿਸ ਤਰ੍ਹਾਂ ਛਕਿਆ? ਸਾਰੀ ਗੱਲ ਵਿਚਾਰ ਕੇ ਮੈਨੂੰ ਦੱਸੋ। ਗੁਰੂ ਜੀ ਨੇ ਦੱਸਿਆ, ਸਰੀਰ ਭਾਂਡੇ ਨੂੰ ਧੋ ਕੇ ਖਿਮਾ ਰੂਪੀ ਗਊ ਦਾ ਸੰਤੋਖ ਰੂਪੀ ਦੁੱਧ ਚੋਂ ਕੇ ਸਰੀਰ ਨੂੰ ਸਾਧਨ ਕਰਨ ਦਾ ਚੁੱਲ੍ਹਾ ਬਣਾਇਆ ਹੈ। ਉਸ ਵਿੱਚ ਗੁਰੂ ਉਪਦੇਸ਼ ਰੂਪੀ ਜਾਗ ਪਾਈ ਹੈ। ਸਤ ਸੰਗਤ ਰੂਪੀ ਸ਼੍ਰੇਸ਼ਟ ਸਥਾਨ 'ਤੇ ਰੱਖ ਕੇ ਜਮਾਇਆ ਹੈ। ਮਨ ਦੇ ਵਿਚਾਰਾਂ ਦੀ ਮਧਾਣੀ ਨਾਲ ਆਪਾ ਹੰਕਾਰ ਤਿਆਗ ਨਾਲ ਰਿੜਕਿਆ ਹੈ। ਭਾਣਾ ਮੰਨਣ ਦੇ ਸਵਾਦ ਨਾਲ ਛਕਿਆ ਹੈ ਅਤੇ ਗੁਰੂ ਦੀ ਕਿਰਪਾ ਕਰਕੇ ਤ੍ਰਿਪਤ ਹੋਏ ਹਾਂ। ਭਗਤ ਪ੍ਰਹਿਲਾਦ ਨੇ ਇਹ ਬਚਨ ਸੁਣ ਕੇ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਨਮਸਕਾਰ ਕੀਤੀ। ਗੁਰੂ ਜੀ ਨੇ ਵੀ ਉਸ ਦਾ ਪ੍ਰੇਮ ਵੇਖ ਕੇ ਉਸ ਨੂੰ ਨਮਸਕਾਰ ਕੀਤੀ। ਪ੍ਰਹਿਲਾਦ ਭਗਤ ਨੇ ਕਿਹਾ, ਤੁਸੀਂ ਜਗਤ ਉਧਾਰਨ ਵਾਸਤੇ ਪੂਰਨ ਅਵਤਾਰ ਹੋ। ਜੇ ਇਸ ਤਰ੍ਹਾਂ ਨਰਸਿੰਘ ਅਵਤਾਰ ਮੇਰੀ ਰੱਖਿਆ ਵਾਸਤੇ ਹੋਏ ਸਨ। ਮੈਂ ਬਾਲੇ ਨੇ ਪੁੱਛਿਆ, ਭਗਤ ਜੀ, ਮੈਨੂੰ ਆਪਣੀ ਉਹ ਕਥਾ ਸੁਣਾਓ ਜਿਸ ਤਰ੍ਹਾਂ ਪ੍ਰਭੂ ਨੇ ਤੁਹਾਡੀ ਰੱਖਿਆ ਕੀਤੀ ਸੀ। ਮੇਰੀ ਬੇਨਤੀ ਸੁਣ ਕੇ ਪ੍ਰਹਿਲਾਦ ਜੀ ਨੇ ਕਿਹਾ ਕਿ ਪਹਿਲਾਂ ਇੱਕ ਸਮੇਂ ਜਗਤ ਦੇ ਸੁਆਮੀ ਨੇ ਬਰਾਹਾ ਦਾ ਅਵਤਾਰ ਧਾਰਨ ਕੀਤਾ ਸੀ। ਮੇਰੇ ਪਿਤਾ ਦਾ ਭਾਈ ਪ੍ਰਿਥਵੀ ਨੂੰ ਲੈ ਕੇ ਹੇਠਾਂ ਰਸਾਤਲ ਵਿੱਚ ਲੈ ਗਿਆ। ਉਸ ਮੇਰੇ ਚਾਚੇ ਹਰਨਾਕਸ਼ ਨੂੰ ਮਾਰ ਕੇ ਬਰਾਹਾ ਅਵਤਾਰ ਨੇ ਪ੍ਰਿਥਵੀ ਨੂੰ ਜਗਤ ਦੇ ਵਰਤਣ ਵਾਸਤੇ ਉੱਪਰ ਲੈ ਆਂਦਾ। ਉਸ ਮੇਰੇ ਚਾਚੇ ਦਾ ਮਰਨਾ ਸੁਣ ਕੇ ਮੇਰੇ ਪਿਤਾ ਨੇ ਆਪਣੇ ਨੌਕਰਾਂ ਨੂੰ ਬੜੇ ਕ੍ਰੋਧ ਨਾਲ ਕਿਹਾ ਕਿ ਜਿਸ ਨੇ ਬ੍ਰਾਹਮਣਾਂ ਤੇ ਦੇਵਤਿਆਂ ਵਾਸਤੇ ਮੇਰੇ ਭਾਈ ਨੂੰ ਛਲ ਨਾਲ ਸੂਰ ਦਾ ਸਰੀਰ ਧਾਰ ਕੇ ਮਾਰਿਆ ਹੈ, ਉਸ ਵਿਸ਼ਨੂੰ ਤੋਂ ਮੈਂ ਆਪਣੇ ਭਾਈ ਦਾ ਬਦਲਾ ਲੈ ਕੇ ਹੀ ਛੱਡਾਂਗਾ। ਤੁਸੀਂ ਸਾਰੇ ਦੇਸ਼ ਵਿੱਚ ਫਿਰ ਕੇ ਜਿੱਥੇ ਵੀ ਬ੍ਰਾਹਮਣ, ਗਊ ਅਤੇ ਵਿਸ਼ਨੂੰ ਦੇ ਉਪਾਸ਼ਕ ਸਾਧੂ ਨੂੰ ਵੇਖੋ, ਸਭ ਨੂੰ ਮਾਰ ਦਿਓ। ਰਾਜੇ ਹਰਨਕਸ਼ਪ ਦਾ ਇਹ ਹੁਕਮ ਸੁਣ ਕੇ ਵੱਡੇ ਵੱਡੇ ਭਿਆਨਕ ਦੈਂਤ, ਦਵੈਸਿਰ, ਤੀਨ ਨੈਣ, ਇਲਵਲ ਅਤੇ ਵਿਪਰਚਿਤ ਆਦਿ ਜਗਤ ਵਿੱਚ ਦੌੜ ਗਏ। ਜਿੱਥੇ ਜਿੱਥੇ ਮੁਨੀ ਬ੍ਰਾਹਮਣ ਆਦਿ ਰਹਿੰਦੇ ਸਨ, ਉਹਨਾਂ ਨੂੰ ਮਾਰ ਕੇ ਉਹਨਾਂ ਦੇ ਸਥਾਨਾਂ ਨੂੰ ਅੱਗਾਂ ਲਗਾ ਕੇ ਸਾੜ ਦਿੰਦੇ। ਮੰਦਰਾਂ ਨੂੰ ਢਾਹ ਕੇ ਮਿੱਟੀ ਕਰ ਦਿੰਦੇ। ਯੱਗ ਹੋਮ ਕਰਨੇ ਸਭ ਬੰਦ ਕਰ ਦਿੱਤੇ। ਇਸ ਤਰ੍ਹਾਂ ਦੇ ਘੋਰ ਅਨਰਥਾਂ ਕਰਕੇ ਸਾਰੀ ਪ੍ਰਜਾ ਵਿਆਕੁਲ ਹੋ ਗਈ। ਸੁਰਗਾਂ ਵਿੱਚੋਂ ਦੇਵਤੇ ਪ੍ਰਿਥਵੀ ਉੱਤੇ ਹੋਰ ਰੂਪ ਧਾਰ ਕੇ ਰਹਿਣ ਲੱਗੇ। ਹੋਮ, ਜੱਗ, ਪੂਜਾ ਸਭ ਬੰਦ ਹੋ ਗਏ। ਜਗਤ ਵਿੱਚ ਐਸੀ ਭਿਆਨਕ ਦਸ਼ਾ ਪੈਦਾ ਕਰਕੇ ਮੇਰਾ ਪਿਤਾ ਹਿਰਣਕਸ਼ਪ ਤਪ ਦੇ ਬਲ ਕਰਕੇ ਤਿੰਨਾਂ ਲੋਕਾਂ ਨੂੰ ਜਿੱਤਣ ਦਾ ਸੰਕਲਪ ਕਰਕੇ ਮੰਦਰਾਚਲ ਪਰਬਤ ਦੀ ਚੋਟੀ ਉੱਤੇ ਤਪ ਕਰਨ ਚਲਿਆ ਗਿਆ।
ਜਦ ਇੱਕ ਲੱਤ ਉੱਤੇ ਖੜਾ ਹੋ ਕੇ ਤੇ ਬਾਹਾਂ ਉੱਚੀਆਂ ਕਰਕੇ ਉਸ ਨੇ ਬੜਾ ਕਠਨ ਤਪ ਕੀਤਾ ਤਾਂ ਉਸ ਦੀਆਂ ਜਟਾਂ ਵਿੱਚੋਂ ਅਗਨੀ ਦਾ ਧੂੰਆਂ ਇਤਨਾ ਬਹੁਤ ਨਿਕਲਣ ਲੱਗਾ ਕਿ ਜਗਤ ਵਿੱਚ ਉਸ ਦੇ ਫੈਲ ਜਾਣ ਕਰਕੇ ਸਾਰੇ ਆਦਮੀ ਤੇ ਦੇਵਤੇ ਦੁਖੀ ਹੋ ਕੇ ਬ੍ਰਹਮਾ ਪਾਸ ਗਏ। ਸਭ ਨੇ ਬੇਨਤੀ ਕੀਤੀ ਕਿ ਆਪ ਨਿਸ਼ਚਿੰਤ ਹੋ ਕੇ ਬੈਠੇ ਹੋ। ਹਿਰਣਕਸ਼ਪ ਦੇ ਘੋਰ ਤਪ ਕਰਕੇ ਜਗਤ ਵਿੱਚ ਬਹੁਤ ਡਰ ਫੈਲ ਗਿਆ ਹੈ। ਸਭ ਜੀਵ ਦੁਖੀ ਹਨ, ਉਸ ਦਾ ਕੋਈ ਉਪਾਅ ਕਰੋ। ਅਸਾਂ ਸੁਣਿਆ ਹੈ ਕਿ ਉਹ ਤੁਹਾਡੀ ਬ੍ਰਹਮਪੁਰੀ ਵੀ ਲੈਣ ਦੀ ਇੱਛਾ ਰੱਖਦਾ ਹੈ। ਹੁਣ ਤੁਸੀਂ ਕੋਈ ਇਸ ਦਾ ਉਪਾਅ ਨਹੀਂ ਕਰੋਗੇ ਤਾਂ ਪੁੰਨੀ ਤੇ ਪਾਪੀ ਦਾ ਭੇਦ ਮਿਟ ਜਾਏਗਾ। ਜਗਤ ਵਿੱਚ ਉਲਟੀ ਰੀਤ ਚੱਲ ਪਵੇਗੀ। ਦੇਵਤਿਆਂ ਦੀ ਗੱਲ ਸੁਣ ਕੇ ਅਤੇ ਆਪਣੇ ਭਲੇ ਦੀ ਵਿਚਾਰ ਕੇ ਬ੍ਰਹਮਾ ਉੱਥੇ ਚਲਾ ਗਿਆ ਜਿੱਥੇ ਹਿਰਣਕਸ਼ਪ ਤਪ ਕਰਦਾ ਸੀ। ਉਸ ਦਾ ਕਠਨ ਤਪ ਵੇਖ ਕੇ ਬ੍ਰਹਮਾ ਬੜਾ ਹੈਰਾਨ ਹੋ ਗਿਆ। ਉਸ ਨੇ ਉੱਚੀ ਆਵਾਜ਼ ਨਾਲ ਹਿਰਣਕਸ਼ਪ ਨੂੰ ਆਖਿਆ, ਹੇ ਪੁੱਤਰ ਉੱਠੋ, ਤੂੰ ਬੜਾ ਉਗੜ ਤਪ ਕੀਤਾ ਹੈ। ਮੈਂ ਤੇਰੇ ਉੱਤੇ ਬਹੁਤ ਪ੍ਰਸੰਨ ਹਾਂ। ਜੋ ਤੇਰੀ ਇੱਛਾ ਹੈ ਵਰ ਮੰਗ ਲੈ। ਉਪਰੰਤ ਬ੍ਰਹਮਾ ਨੇ ਹਿਰਣਕਸ਼ਪ ਉੱਤੋਂ ਜੋ ਘਾਹ ਫੂਸ ਜੰਮਿਆ ਹੋਇਆ ਸੀ ਉਸ ਨੂੰ ਦੂਰ ਕਰਕੇ ਪਾਣੀ ਦਾ ਛਿੱਟਾ ਮਾਰ ਕੇ ਹਿਰਣਕਸ਼ਪ ਨੂੰ ਸਾਵਧਾਨ ਕੀਤਾ। ਹਿਰਣਕਸ਼ਪ ਨੇ ਬ੍ਰਹਮਾ ਨੂੰ ਵੇਖ ਕੇ ਉਸ ਦੀ ਬੜੀ ਉਸਤਤੀ ਕੀਤੀ ਅਤੇ ਬਾਰੰਬਾਰ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਜੇ ਮੈਨੂੰ ਵਰ ਦਿੰਦੇ ਹੋ ਤਾਂ ਇਹ ਦਿਓ। ਇੱਕ, ਜਿੱਥੋਂ ਤੱਕ ਤੁਹਾਡੀ ਸ੍ਰਿਸ਼ਟੀ ਦੀ ਰਚਨਾ ਹੈ ਉਸ ਵਿੱਚ ਕਿਸੇ ਥਾਂ ਵੀ ਮੈਂ ਨਾ ਰਾਤੀ ਮਰਾਂ ਨਾ ਦਿਨੇ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਆਕਾਸ਼ ਵਿੱਚ ਨਾ ਪ੍ਰਿਥਵੀ ਤੇ ਮਰਾਂ, ਨਾ ਕਿਸੇ ਸ਼ਸਤਰ ਨਾਲ ਨਾ ਕਿਸੇ ਸੱਪ ਆਦਿ ਨਾਲ ਮੇਰੀ ਮੌਤ ਹੋਵੇ। ਤਿੰਨਾਂ ਲੋਕਾਂ ਤੇ ਮੇਰਾ ਨਿਹਕੰਟਕ ਰਾਜ ਹੋਵੇ। ਬ੍ਰਹਮਾ ਨੇ ਕਿਹਾ, ਏਵਮ ਸਤ, ਇਸ ਤਰ੍ਹਾਂ ਹੀ ਹੋਵੇਗਾ। ਹਿਰਣਕਸ਼ਪ ਇਹ ਵਰ ਲੈ ਕੇ ਬੜਾ ਪ੍ਰਸੰਨ ਹੋਇਆ ਅਤੇ ਤਿੰਨਾਂ ਲੋਕਾਂ ਨੂੰ ਜਿੱਤ ਕੇ ਸਵਰਗਾਂ ਵਿੱਚ ਆਪਣੀ ਰਾਜਧਾਨੀ ਬਣਾ ਕੇ ਬੇਅੰਤ ਸੁੱਖ ਭੋਗਣ ਲੱਗਾ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਤੋਂ ਬਿਨਾਂ ਸਾਰੇ ਦੇਵਤੇ ਹਿਰਣਕਸ਼ਪ ਦੀ ਪੂਜਾ ਕਰਨ ਲੱਗੇ। ਸੂਰਜ, ਚੰਦਰਮਾ ਤੇ ਇੰਦਰ ਆਦਿਕ ਦੇਵਤੇ ਭੈਭੀਤ ਹੋ ਗਏ ਅਤੇ ਸਾਰਿਆਂ ਮਿਲ ਕਰਕੇ ਵਿਸ਼ਨੂੰ ਪਾਸ ਜਾ ਕੇ ਅਨੇਕ ਪ੍ਰਕਾਰ ਦੀ ਉਸਤਤੀ ਕਰਕੇ ਬੇਨਤੀ ਕੀਤੀ ਕਿ ਹੇ ਜਗਤ ਦੇ ਮਾਲਕ, ਇਸ ਦੁਖਦਾਈ ਦੈਂਤ ਨੂੰ ਮਾਰ ਕੇ ਸਾਡੀ ਪੀੜਾ ਦੂਰ ਕਰੋ। ਤਦ ਆਕਾਸ਼ ਤੋਂ ਬਾਣੀ ਹੋਈ ਕਿ ਇਸ ਦੇ ਘਰ ਇੱਕ ਸ਼੍ਰੇਸ਼ਟ ਪੁੱਤਰ ਮੈਂ ਪੈਦਾ ਕਰਾਂਗਾ, ਉਸ ਨਾਲ ਇਹ ਵੈਰ ਕਰੇਗਾ। ਉਸ ਦੀ ਰੱਖਿਆ ਵਾਸਤੇ ਮੈਂ ਜਗਤ ਵਿੱਚ ਪ੍ਰਗਟ ਹੋ ਕੇ ਇਸ ਨੂੰ ਮਾਰਾਂਗਾ। ਇਹ ਆਕਾਸ਼ ਬਾਣੀ ਸੁਣ ਕੇ ਸਾਰੇ ਦੇਵਤੇ ਪ੍ਰਸੰਨ ਹੋ ਕੇ ਆਪੋ ਆਪਣੇ ਸਥਾਨਾਂ ਤੇ ਚਲੇ ਗਏ। ਪ੍ਰਹਿਲਾਦ ਦਾ ਪ੍ਰਸੰਗ। ਬਾਲਾ ਜੀ ਨੇ ਕਿਹਾ, ਹੇ ਮਹਾਰਾਜ, ਪ੍ਰਹਿਲਾਦ ਭਗਤ ਨੇ ਕਿਹਾ ਕਿ ਮੇਰੇ ਸਮੇਤ ਅਸੀਂ 4 ਭਾਈ ਆਪਣੇ ਪਿਤਾ ਦੇ ਘਰ ਪੈਦਾ ਹੋਏ। ਮੇਰੇ ਉੱਤੇ ਨਾਰਦ ਜੀ ਨੇ ਕਿਰਪਾ ਕਰਕੇ ਮੈਨੂੰ ਵਿਸ਼ਨੂੰ ਭਗਤੀ ਵਿੱਚ ਲਾ ਦਿੱਤਾ। ਮੈਂ ਰਾਤ ਦਿਨ ਵਿਸ਼ਨੂੰ ਭਗਤੀ ਵਿੱਚ ਮਗਨ ਰਹਿੰਦਾ। ਕੁਝ ਸਮੇਂ ਉਪਰੰਤ ਮੇਰੇ ਪਿਤਾ ਨੇ ਮੈਨੂੰ ਦੈਂਤਾਂ ਦੇ ਗੁਰੂ ਸ਼ੁਕਰ ਦੇ ਪੁੱਤਰਾਂ ਸੰਡਾ ਮਰਕਾ ਪਾਸ ਪੜ੍ਹਨੇ ਪਾ ਦਿੱਤਾ। ਉਹ ਮੈਨੂੰ ਜੋ ਕੁਛ ਰਾਜਨੀਤੀ ਆਦਿਕ ਪੜ੍ਹਾਉਂਦੇ ਉਹ ਮੈਂ ਕੁਛ ਨਾ ਪੜ੍ਹਦਾ ਅਤੇ ਸਦਾ ਨਾਮ ਸਿਮਰਨ ਵਿੱਚ ਲੱਗਾ ਰਹਿੰਦਾ। ਇੱਕ ਦਿਨ ਮੈਨੂੰ ਪਿਤਾ ਜੀ ਨੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਆਖਿਆ ਕਿ ਹੇ ਪੁੱਤਰ, ਜੋ ਕੁਛ ਤੂੰ ਪੜ੍ਹਿਆ ਹੈ ਉਹ ਮੈਨੂੰ ਸੁਣਾ। ਪਿਤਾ ਦੀ ਗੱਲ ਸੁਣ ਕੇ ਮੈਂ ਕਿਹਾ, ਪਿਤਾ ਜੀ, ਇਹ ਘਰ-ਬਾਰ ਦੁੱਖਾਂ ਦਾ ਘਰ ਹੈ। ਇਸ ਨੂੰ ਤਿਆਗ ਕੇ ਵਿਸ਼ਨੂੰ ਦੀ ਭਗਤੀ ਕਰਕੇ ਉੱਤਮ ਪਦਵੀ ਪ੍ਰਾਪਤ ਕਰੋ। ਜਦ ਮੇਰੀ ਇਹ ਗੱਲ ਮੇਰੇ ਪਿਤਾ ਨੇ ਸੁਣੀ ਤਾਂ ਉਹ ਬਹੁਤ ਹੈਰਾਨਗੀ ਨਾਲ ਹੱਸ ਕੇ ਸੰਡੇ ਨੂੰ ਕਹਿਣ ਲੱਗਾ ਕਿ ਇਸ ਬੱਚੇ ਦੀ ਜੋ ਉਲਟੀ ਮੱਤ ਹੈ ਇਸ ਨੂੰ ਇਹ ਕਿਸ ਨੇ ਸਿਖਾਈ ਹੈ। ਇਸ ਨੂੰ ਕਿਸੇ ਰਿਖੀ ਪਾਸ ਨਾ ਬੈਠਣ ਦਿਆ ਕਰੋ ਜਿਹੜਾ ਇਸ ਨੂੰ ਐਸੀਆਂ ਉਲਟੀਆਂ ਗੱਲਾਂ ਸਿਖਾਵੇ। ਇਸ ਨੂੰ ਆਪਣੇ ਪਾਸ ਇਕੱਲਾ ਰੱਖ ਕੇ ਪੜ੍ਹਾਓ। ਸੰਡੇ ਨੇ ਮੈਨੂੰ ਵੱਖਰਿਆਂ ਕਰਕੇ ਪੁੱਛਿਆ ਕਿ ਇਹ ਗੱਲ ਤੈਨੂੰ ਕਿਸ ਨੇ ਸਿਖਾਈ ਹੈ ਜਾਂ ਤੈਨੂੰ ਆਪਣੇ ਆਪ ਹੀ ਉਪਜੀ ਹੈ। ਫਿਰ ਇਹ ਗੱਲ ਵਿਸ਼ਨੂੰ ਦੀ ਭਗਤੀ ਵਾਲੀ ਕਦੇ ਨਾ ਕਹਿਣੀ। ਮੈਂ ਕਿਹਾ, ਉਸਤਾਦ ਜੀ, ਮੈਨੂੰ ਤਾਂ ਹੋਰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਇੱਕੋ ਪਰਮਾਤਮਾ ਹੀ ਸਾਰੇ ਪਰਿਪੂਰਨ ਹੈ। ਤਦ ਸੰਡਾ ਮਰਕਾ ਇਹ ਵਿਚਾਰ ਕੇ ਕਿ ਇਹ ਦੰਡ ਦਿੱਤੇ ਤੋਂ ਬਿਨਾਂ ਨਹੀਂ ਸੁਧਰੇਗਾ, ਮੈਨੂੰ ਡਰਾ ਧਮਕਾ ਕੇ ਪੜ੍ਹਾਉਣ ਲੱਗੇ। ਕੁਝ ਸਮੇਂ ਉਪਰੰਤ ਜਦ ਫੇਰ ਮੈਨੂੰ ਪਿਤਾ ਜੀ ਨੇ ਬੜੇ ਪਿਆਰ ਨਾਲ ਪੁੱਛਿਆ ਕਿ ਹੇ ਪੁੱਤਰ ਜੀ, ਸੁਣਾਓ ਹੁਣ ਕੀ ਪੜ੍ਹਿਆ ਜੇ। ਮੈਂ ਕਿਹਾ, ਪਿਤਾ ਜੀ, ਹਰੀ ਜਸ ਪੜ੍ਹਨ ਸੁਣਨ ਅਤੇ ਵਿਸ਼ਨੂੰ ਭਗਤੀ ਤੋਂ ਬਿਨਾਂ ਹੋਰ ਸਭ ਪੜ੍ਹਨਾ ਬੇਅਰਥ ਹੈ। ਹੋਰ ਪਾਠ ਪੜ੍ਹਨੇ ਛੱਡ ਦਿਓ ਜਿਨ੍ਹਾਂ ਨਾਲ ਜੀਵਨ ਸਫਲ ਹੋਣ ਦਾ ਕਾਰਜ ਨਹੀਂ ਸੌਰਦਾ।
ਮੇਰੀ ਇਹ ਗੱਲ ਸੁਣ ਕੇ ਹਿਰਣਿਕਸ਼ਪ ਮੇਰੇ ਪਿਤਾ ਨੇ ਬਹੁਤ ਗੁੱਸੇ ਨਾਲ ਅੱਖਾਂ ਲਾਲ ਕਰਕੇ ਸੰਡੇ ਮਰਕੇ ਨੂੰ ਕਿਹਾ, ਤੁਸਾਂ ਮੂਰਖ ਨੇ ਮੇਰੇ ਪੁੱਤਰ ਨੂੰ ਖੋਟੀ ਸਿੱਖਿਆ ਹੀ ਪੜ੍ਹਾਈ ਹੈ। ਤੁਸਾਂ ਠੱਗਾਂ ਦਾ ਵੇਸ ਬਣਾਇਆ ਹੋਇਆ ਹੈ। ਮੈਨੂੰ ਅੱਜ ਸਮਝ ਆਈ ਹੈ। ਸੰਡੇ ਮਰਕੇ ਨੇ ਕਿਹਾ, ਮਹਾਰਾਜ, ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ। ਇਸ ਨੂੰ ਇਹ ਪਾਠ ਅਸਾਂ ਨਹੀਂ ਪੜ੍ਹਾਇਆ ਤੇ ਨਾ ਹੀ ਹੋਰ ਕਿਸੇ ਪਾਸੋਂ ਪੜ੍ਹਨ ਦਿੱਤਾ ਹੈ। ਫਿਰ ਮੇਰੇ ਪਿਤਾ ਨੇ ਮੇਰੇ ਵੱਲ ਵੇਖ ਕੇ ਆਖਿਆ, ਪੁੱਤਰ, ਇਹ ਖੋਟੀ ਮੱਤ ਤੂੰ ਕਿੱਥੋਂ ਸਿੱਖੀ ਹੈ? ਮੈਂ ਕਿਹਾ, ਪਿਤਾ ਜੀ, ਇਹ ਸੱਚੀਆਂ ਗੱਲਾਂ ਮੈਨੂੰ ਕਿਸੇ ਨੇ ਨਹੀਂ ਸਿਖਾਈਆਂ ਪੜ੍ਹਾਈਆਂ। ਤੁਹਾਨੂੰ ਇਹ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਤੁਸੀਂ ਜਗਤ ਦੇ ਪਦਾਰਥਾਂ ਦੇ ਜੰਜਾਲਾਂ ਵਿੱਚ ਫਸੇ ਹੋਏ ਹੋ ਤੇ ਆਤਮ ਗਿਆਨ ਤੁਹਾਡੇ ਹਿਰਦੇ ਵਿੱਚ ਨਹੀਂ ਹੈ। ਪਿਤਾ ਜੀ, ਵਿਸ਼ਨੂੰ ਭਗਤੀ ਕਰੋ ਅਤੇ ਸੰਤਾਂ ਦੀ ਸੰਗਤ ਕਰੋ, ਇਸ ਨਾਲ ਜਨਮ ਮਰਨ ਮਿਟ ਜਾਏਗਾ। ਮੇਰੀ ਇਹ ਗੱਲ ਸੁਣ ਕੇ ਮੇਰੇ ਪਿਤਾ ਬੜੇ ਕ੍ਰੋਧ ਨਾਲ ਗਰਜਿਆ ਅਤੇ ਮੈਨੂੰ ਗੋਦੀ ਵਿੱਚੋਂ ਬਾਹਰ ਸੁੱਟ ਕੇ ਕਹਿਣ ਲੱਗਾ, ਇਹ ਮੇਰਾ ਪੁੱਤਰ ਨਹੀਂ ਹੈ। ਮੇਰੇ ਘਰ ਕਲੰਕ ਪੈਦਾ ਹੋ ਗਿਆ ਹੈ। ਮੇਰੇ ਭਾਈ ਦੇ ਕਾਤਲ ਦੀ ਮੈਨੂੰ ਇਹ ਭਗਤੀ ਕਰਨੀ ਦੱਸਦਾ ਹੈ। ਇਸ ਨੂੰ ਫੜ ਕੇ ਲੈ ਜਾਓ ਤੇ ਇਹ ਮਾਰ ਮੁਕਾ ਦਿਓ। ਮੇਰੇ ਪਿਤਾ ਦਾ ਇਹ ਹੁਕਮ ਸੁਣ ਕੇ ਦੈਂਤ ਗੁੱਸੇ ਨਾਲ ਮੈਨੂੰ ਤ੍ਰਿਸ਼ੂਲਾਂ ਤੇ ਕਿਰਪਾਨਾਂ ਮਾਰਨ ਲੱਗ ਪਏ, ਪਰ ਨਿਰੰਕਾਰ ਨੇ ਮੈਨੂੰ ਉਹਨਾਂ ਤੋਂ ਬਚਾ ਲਿਆ। ਦੈਂਤਾਂ ਦੇ ਸਭ ਵਾਰ ਵਿਅਰਥ ਹੀ ਗਏ। ਹਿਰਣਿਕਸ਼ਪ ਇਹ ਗੱਲ ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਇਹ ਇਸ ਤਰ੍ਹਾਂ ਨਹੀਂ ਮਰੇਗਾ। ਇਸ ਨੂੰ ਮਸਤ ਹਾਥੀ ਅੱਗੇ ਪਾ ਕੇ ਚੂਰ ਚੂਰ ਕਰ ਦਿਓ। ਜੇਕਰ ਹਾਥੀ ਦੀ ਮਾਰ ਤੋਂ ਵੀ ਬਚ ਜਾਏ ਤਾਂ ਫਿਰ ਇਸ ਨੂੰ ਸੱਪ ਲੜਾਓ। ਜੇ ਇਸ ਤਰ੍ਹਾਂ ਵੀ ਨਾ ਮਰੇ ਤਾਂ ਖਾਣੇ ਵਿੱਚ ਜ਼ਹਿਰ ਦੇ ਕੇ ਮਾਰ ਦਿਓ। ਇਹ ਜਿੰਦਾ ਰੱਖਣ ਯੋਗ ਨਹੀਂ ਹੈ। ਪਰ ਮੈਨੂੰ ਹਾਥੀ, ਸੱਪ ਅਤੇ ਜ਼ਹਿਰ ਤੋਂ ਪਰਮਾਤਮਾ ਨੇ ਬਚਾ ਲਿਆ। ਮੈਨੂੰ ਖੇਦ ਨਾ ਹੋਇਆ। ਫਿਰ ਇੱਕ ਦਿਨ ਮੇਰੇ ਹੱਥ ਪੈਰ ਬੰਨ੍ਹ ਕੇ ਉੱਚੇ ਪਹਾੜਾਂ ਉੱਤੋਂ ਹੇਠਾਂ ਸੁੱਟ ਦਿੱਤਾ। ਜਦ ਮੈਂ ਇੱਥੋਂ ਵੀ ਪ੍ਰਭੂ ਕਿਰਪਾ ਨਾਲ ਬਚ ਗਿਆ ਤਾਂ ਮੈਨੂੰ ਪਾਣੀ ਵਿੱਚ ਡੁਬਾ ਦਿੱਤਾ। ਜਦ ਇੱਥੋਂ ਵੀ ਪ੍ਰਮਾਤਮਾ ਨੇ ਮੈਨੂੰ ਰੱਖ ਲਿਆ ਤਾਂ ਫਿਰ ਤੇਜ਼ ਅਗਨੀ ਵਿੱਚ ਪਾ ਦਿੱਤਾ। ਜਦ ਮੈਂ ਅਗਨੀ ਵਿੱਚ ਸੜਨ ਤੋਂ ਵੀ ਬਚ ਗਿਆ ਤਾਂ ਮੈਨੂੰ ਕਈ ਦਿਨ ਭੁੱਖਾ ਤਿਹਾਇਆ ਰੱਖਿਆ ਗਿਆ। ਇਹ ਸਾਰੇ ਉਪਾਅ ਨਿਸਫਲ ਹੋਏ ਵੇਖ ਕੇ ਹਿਰਣਿਕਸ਼ਪ ਬੜਾ ਚਿੰਤਾਤੁਰ ਹੋ ਗਿਆ। ਸੰਡਾ ਮਰਕਾ ਨੇ ਰਾਜੇ ਨੂੰ ਆਖਿਆ, ਤੁਸੀਂ ਚਿੰਤਾਤੁਰ ਨਾ ਹੋਵੋ। ਅਜੇ ਇਹ ਬੱਚਾ ਹੈ, ਜਦ ਸਿਆਣਾ ਹੋਵੇਗਾ ਤਾਂ ਸਮਝ ਜਾਏਗਾ। ਇਸ ਨੂੰ ਅਸੀਂ ਆਪਣੇ ਸ਼ੁਕਰ ਪੁਰੋਹਿਤ ਪਾਸ ਹੀ ਰਾਜਨੀਤੀ ਪੜ੍ਹਾਵਾਂਗੇ। ਰਾਜੇ ਨੇ ਕਿਹਾ, ਠੀਕ ਹੈ। ਇਸ ਨੂੰ ਤਦ ਤੱਕ ਕੋਠੜੀ ਵਿੱਚ ਬੰਦ ਕਰ ਰੱਖੋ ਜਦ ਤੱਕ ਸ਼ੁਕਰ ਪੁਰੋਹਿਤ ਨਾ ਆ ਜਾਵੇ। ਤਦ ਸੰਡਾ ਮਰਕਾ ਨੇ ਮੈਨੂੰ ਆਪਣੇ ਘਰ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਆਉਂਦੇ ਮੈਨੂੰ ਆਪਣਾ ਪਾਠ ਹੀ ਪੜ੍ਹਾਉਂਦੇ, ਪਰ ਮੈਂ ਉਹਨਾਂ ਦਾ ਪੜ੍ਹਾਇਆ ਮਨ ਵਿੱਚ ਨਾ ਰੱਖਦਾ ਤੇ ਇੱਕ ਕਰਤਾਰ ਦੇ ਸਿਮਰਨ ਵਿੱਚ ਹੀ ਜੁੜਿਆ ਰਹਿੰਦਾ। ਜਦ ਇਹ ਦੈਂਤ ਬਾਹਰ ਕਿਸੇ ਕੰਮ ਜਾਂਦੇ ਤਾਂ ਇਹਨਾਂ ਦੇ ਬੱਚੇ ਮੇਰੇ ਪਾਸ ਆ ਜਾਂਦੇ। ਮੈਂ ਉਹਨਾਂ ਨੂੰ ਵੀ ਵਿਸ਼ਨੂੰ ਭਗਤੀ ਦਾ ਉਪਦੇਸ਼ ਦਿੰਦਾ, ਜਿਸ ਨੂੰ ਸੁਣ ਕੇ ਉਹ ਬਾਲਕ ਵੀ ਮਨ ਵਿੱਚ ਧਾਰ ਲੈਂਦੇ।